ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ। ਮੈਂ ਤੁਹਾਡਾ ਦੋਸਤ ਕਮਲਦੀਪ, ਮੈਥ ਮਾਸਟਰ ਸਰਕਾਰੀ ਹਾਈ ਸਕੂਲ ਭੱਠਲਾਂ, ਜ਼ਿਲ੍ਹਾ ਬਰਨਾਲਾ ਤੋਂ। ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ 9ਵੀਂ ਕਲਾਸ ਦਾ ਚੈਪਟਰ ਨੰਬਰ 13 ਸਤਹੀ ਖੇਤਰਫਲ ਅਤੇ ਆਇਤਨ। ਜਿਸ ਤਰ੍ਹਾਂ ਕਿ ਅਸੀਂ ਇਹ ਚੈਪਟਰ ਪਹਿਲਾਂ ਹੀ ਕਰ ਚੁੱਕੇ ਹਾਂ, ਤਾਂ ਹੁਣ ਇਸ ਚੈਪਟਰ ਦੇ ਵਿੱਚ ਕੌਣ ਆ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ। ਮੈਂ ਤੁਹਾਡਾ ਦੋਸਤ ਕਮਲਦੀਪ, ਮੈਥ ਮਾਸਟਰ ਸਰਕਾਰੀ ਹਾਈ ਸਕੂਲ ਭੱਠਲਾਂ, ਜ਼ਿਲ੍ਹਾ ਬਰਨਾਲਾ ਤੋਂ। ਮੈਂ ਅੱਜ ਤੁਹਾਡੇ ਨਾਲ ਦੁਹਰਾਈ ਕਰਾਂਗਾ 9ਵੀਂ ਜਮਾਤ ਦੇ ਚੈਪਟਰ ਨੰਬਰ 13 ਦੀ ਸਤਹੀ ਖੇਤਰਫਲ ਅਤੇ ਆਇਤਨ। ਜਦੋਂ ਅਸੀਂ ਪਿਛਲੀ ਕਲਾਸ ਲਗਾਈ ਸੀ ਤਾਂ ਉਸ ਦੇ ਵਿੱਚ ਅਸੀਂ ਘਨ ਅਤੇ ਘਨਾਭ ਦੇ ਖੇਤਰਫਲ ਬਾਰੇ ਗੱਲਬਾਤ ਕੀਤੀ ਸੀ ਅਤੇ ਇਸ ਦੇ ਨਾਲ ਨਾਲ ਜੋ ਸਾਡੇ ਕੋਲ ਸਿਲੰਡਰ ਹੈ, ਬੇਲਨਾਕਾਰ ਆਕ੍ਰਿਤੀ ਹੈ, ਉਸ ਦੇ ਜੋ ਫਾਰਮੂਲੇਜ਼ ਹਨ ਉਹਨਾਂ ਬਾਰੇ ਗੱਲ ਕੀਤੀ ਸੀ। ਅੱਜ ਆਪਾਂ ਕਰਾਂਗੇ ਬੇਲਨਾਕਾਰ ਆਕਾਰ ਦੇ ਜੋ ਵਸਤੂਆਂ ਹਨ ਉਹਨਾਂ ਦੇ ਖੇਤਰਫਲ ਅਤੇ ਸ਼ੰਕੂ ਆਕਾਰ ਦੇ ਖੇਤਰਫਲ ਦੀ ਗੱਲ। ਤਾਂ ਹੁਣ ਆਓ ਅੱਗੇ ਕਰੀਏ। ਸਭ ਤੋਂ ਪਹਿਲਾਂ ਆਪਾਂ ਬੇਲਨਾਕਾਰ ਜੋ ਆਕਾਰ ਹੈ ਉਸ ਦੇ ਸਵਾਲਾਂ ਦੀ ਗੱਲ ਕਰਦੇ ਹਾਂ। ਇੱਕ ਰੋਲਰ ਦਾ ਵਿਆਸ 84 ਸੈਂਟੀਮੀਟਰ ਹੈ ਅਤੇ ਉਚਾਈ 120 ਸੈਂਟੀਮੀਟਰ ਹੈ। ਇੱਕ ਖੇਡ ਦੇ ਮੈਦਾਨ ਨੂੰ ਇੱਕ ਵਾਰ ਸਮਤਲ ਕਰਨ ਲਈ 500 ਚੱਕਰ ਲਗਾਉਣੇ ਪੈਂਦੇ ਹਨ। ਖੇਡ ਦੇ ਮੈਦਾਨ ਦਾ ਖੇਤਰਫਲ ਮੀਟਰ ਸਕੁਅਰ ਵਿੱਚ ਪਤਾ ਕਰੋ। ਜਿਵੇਂ ਕਿ ਅਸੀਂ ਤਸਵੀਰ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਇੱਕ ਸਾਡੇ ਕੋਲ ਰੋਲਰ ਹੈ, ਉਸ ਦਾ ਜੋ ਵਿਆਸ ਹੈ 84 ਸੈਂਟੀਮੀਟਰ ਅਤੇ ਉਚਾਈ 120 ਸੈਂਟੀਮੀਟਰ ਹੈ। ਤਾਂ ਜਦੋਂ ਵੀ ਰੋਲਰ ਸੜਕ ਉੱਤੇ ਜਾਂ ਕਿਸੇ ਮੈਦਾਨ 'ਤੇ ਚੱਲਦਾ ਹੈ, ਸਿਰਫ ਉਸ ਦੀਆਂ ਸਾਈਡਸ ਯਾਨੀ ਕਿ ਜੋ ਵਕਰ ਸਤ੍ਹਾ ਹੈ ਉਹੀ ਧਰਤੀ ਨੂੰ ਛੂੰਹਦੀ ਹੈ। ਤਾਂ ਇਸ ਸ਼ਬਦ ਦੇ ਵਿੱਚ ਵੀ, ਇਸ ਸਵਾਲ ਦੇ ਵਿੱਚ ਵੀ ਸਾਨੂੰ ਜੋ ਹੈ ਵਕਰ ਸਤ੍ਹਾ ਦੇ ਖੇਤਰਫਲ ਦੀ ਜ਼ਰੂਰਤ ਪਏਗੀ। ਤਾਂ ਹੁਣ ਅਸੀਂ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਜੋ ਰੋਲਰ ਹੈ ਉਸ ਦਾ ਵਿਆਸ ਬਰਾਬਰ ਹੈ 84 ਸੈਂਟੀਮੀਟਰ, ਅਰਧ ਵਿਆਸ ਬਰਾਬਰ ਹੈ 42 ਸੈਂਟੀਮੀਟਰ ਅਤੇ ਰੋਲਰ ਦੀ ਉਚਾਈ ਬਰਾਬਰ ਹੈ 120 ਸੈਂਟੀਮੀਟਰ। ਤਾਂ ਹੁਣ ਰੋਲਰ ਦੁਆਰਾ ਇੱਕ ਚੱਕਰ ਵਿੱਚ ਤੈਅ ਕੀਤਾ ਗਿਆ ਖੇਤਰਫਲ ਬਰਾਬਰ ਹੈ ਬੇਲਣ ਦੀ ਵਕਰ ਤਲ ਦਾ ਖੇਤਰਫਲ। ਤਾਂ ਵਕਰ ਤਲ ਦਾ ਜੋ ਖੇਤਰਫਲ ਹੁੰਦਾ ਹੈ ਉਹ ਹੁੰਦਾ ਹੈ 2πr/h, ਜਿਸ ਤਰ੍ਹਾਂ ਕਿ ਅਸੀਂ ਪਿਛਲੀ ਕਲਾਸ ਦੇ ਵਿੱਚ ਇਹ ਕੀਤਾ ਸੀ। ਤਾਂ 2 ਉਸੇ ਤਰ੍ਹਾਂ, ਪਾਈ ਦੀ ਜਗ੍ਹਾ 'ਤੇ ਉਸਦਾ ਮੁੱਲ 22/7, ਉਚਾਈ ਜੋ ਹੈ ਉਹ 42 ਹੈ ਅਤੇ ਜੋ h ਹੈ ਉਹ ਹੈ 120। ਤਾਂ ਇੱਥੇ ਅਸੀਂ ਦੇਖਦੇ ਹਾਂ ਕਿ ਕਿਹੜੀਆਂ ਟਰਮਸ ਇੱਕ ਦੂਜੇ ਨਾਲ ਕੱਟ ਸਕਦੀਆਂ ਹਨ। ਤਾਂ ਹੁਣ ਅਸੀਂ 7 ਨੂੰ 42 ਦੇ ਨਾਲ ਕੈਂਸਲ ਕਰ ਸਕਦੇ ਹਾਂ ਅਤੇ ਸਾਡੇ ਕੋਲ ਆ ਜਾਏਗਾ 6। ਤਾਂ ਇਸ ਤਰ੍ਹਾਂ ਸਾਰੇ ਨੂੰ ਜਦੋਂ ਅਸੀਂ ਮਲਟੀਪਲਾਈ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 3160 ਸੈਂਟੀਮੀਟਰ ਸਕੁਅਰ। ਇਸ ਦਾ ਮਤਲਬ ਕਿ ਇੱਕ ਚੱਕਰ ਵਿੱਚ ਰੋਲਰ ਨੇ 3160 ਸੈਂਟੀਮੀਟਰ ਸਕੁਅਰ ਦੂਰੀ ਜੋ ਹੈ, ਖੇਤਰਫਲ ਜੋ ਹੈ ਉਹ ਕਵਰ ਕੀਤਾ ਹੈ, ਪੂਰਾ ਕੀਤਾ ਹੈ। ਤਾਂ ਹੁਣ ਰੋਲਰ ਨੇ ਕੁੱਲ ਕਿੰਨੇ ਚੱਕਰ ਲਗਾਏ ਹਨ? 500। ਤਾਂ ਰੋਲਰ ਦੁਆਰਾ 500 ਚੱਕਰ ਵਿੱਚ ਪੂਰਾ ਖੇਤਰਫਲ, ਤਾਂ 500 ਗੁਣਾ 3160। ਤਾਂ ਸਾਡੇ ਕੋਲ ਜੋ ਆਨਸਰ ਆ ਜਾਏਗਾ ਉਹ ਆ ਜਾਏਗਾ 1,58,40,000 ਸੈਂਟੀਮੀਟਰ ਸਕੁਅਰ। ਕਿਉਂਕਿ ਅਸੀਂ ਇਸ ਨੂੰ ਮੀਟਰ ਸਕੁਅਰ ਦੇ ਵਿੱਚ ਬਦਲਣਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਜੋ ਹੈ ਮੀਟਰ ਸਕੁਅਰ 'ਚ ਬਦਲਣ ਦੇ ਲਈ 2 ਵਾਰ 100 ਨਾਲ ਡਿਵਾਈਡ ਕਰ ਦੇਵਾਂਗੇ। ਕਿਉਂਕਿ ਸੈਂਟੀਮੀਟਰ ਨੂੰ ਜਦੋਂ ਵੀ ਮੀਟਰ ਦੇ ਵਿੱਚ ਬਦਲਣਾ ਹੁੰਦਾ ਹੈ ਤਾਂ 100 ਨਾਲ ਡਿਵਾਈਡ ਕਰਦੇ ਹਾਂ। ਕਿਉਂਕਿ ਸਕੁਅਰ ਵੀ ਹੈ ਨਾਲ ਤਾਂ 2 ਵਾਰ ਕੀਤਾ। ਤਾਂ ਜਦੋਂ ਅਸੀਂ 2 ਵਾਰ ਕੀਤਾ ਤਾਂ 2 ਵਾਰ ਜ਼ੀਰੋਜ਼ ਜਿਹੜੀਆਂ ਹੈ ਕੈਂਸਲ ਆਊਟ ਹੋ ਗਈਆਂ। ਤਾਂ ਸਾਡੇ ਕੋਲ ਜੋ ਆਨਸਰ ਆ ਜਾਏਗਾ ਉਹ ਆ ਜਾਏਗਾ 1584 ਮੀਟਰ ਸਕੁਅਰ। ਇਸ ਤਰ੍ਹਾਂ ਸਾਡੇ ਜੋ ਰੋਲਰ ਦੁਆਰਾ ਤੈਅ ਕੀਤਾ ਗਿਆ ਖੇਤਰਫਲ ਹੈ ਉਹ ਹੈ 1584 ਮੀਟਰ ਸਕੁਅਰ।
ਹੁਣ ਅਸੀਂ ਅਗਲਾ ਸਵਾਲ ਕਰਦੇ ਹਾਂ, ਜਿਸ ਦੇ ਵਿੱਚ ਕਿਸੇ ਬੇਲਾਕਾਰ ਖੂਹ ਦਾ ਅੰਦਰੂਨੀ ਵਿਆਸ 3.5 ਮੀਟਰ ਹੈ ਅਤੇ ਇਹ 10 ਮੀਟਰ ਡੂੰਘਾ ਹੈ। ਪਤਾ ਕਰੋ। ਅਸੀਂ ਇਸ ਦੇ ਵਿੱਚ ਪਤਾ ਕਰਨਾ ਹੈ, ਇੱਕ ਤਾਂ ਬੇਲਣ ਦੀ ਜੋ ਹੈ ਬਕਰ ਸਤਹ ਹੈ, ਅੰਦਰੂਨੀ ਬਕਰ ਸਤਹ ਹੈ, ਉਸ ਦਾ ਖੇਤਰਫਲ ਅਤੇ ਇਸ ਦੇ ਨਾਲ 40 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਇਸ ਨੂੰ ਪਲਸਤਰ ਕਰਾਉਣ ਦਾ ਖਰਚਾ ਪਤਾ ਕਰਨਾ ਹੈ। ਤਾਂ ਜਿਵੇਂ ਕਿ ਅਸੀਂ ਤਸਵੀਰ ਦੇ ਵਿੱਚ ਦੇਖਾਂਗੇ ਕਿ ਜੋ ਖੂਹ ਹੈ ਉਹ 10 ਮੀਟਰ ਡੂੰਘਾ ਹੈ ਅਤੇ ਇਸ ਦੀ ਜੋ ਵਿਆਸ ਹੈ ਉਹ ਹੈ 3.5 ਮੀਟਰ। ਤਾਂ ਅਸੀਂ ਬਕਰ ਸਤਹ ਦਾ ਖੇਤਰਫਲ ਜੋ ਹੈ ਉਹ ਪਤਾ ਕਰਾਂਗੇ। ਤਾਂ ਸਾਨੂੰ ਪਤਾ ਹੈ ਵਕਰ ਤਲ ਦਾ ਖੇਤਰਫਲ ਹੁੰਦਾ ਹੈ 2πr/h। ਸਭ ਤੋਂ ਪਹਿਲਾਂ ਖੂਹ ਦਾ ਅੰਦਰੂਨੀ ਵਿਆਸ ਬਰਾਬਰ ਹੈ 3.5 ਮੀਟਰ। ਖੂਹ ਦਾ ਅੰਦਰੂਨੀ ਅਰਧ ਵਿਆਸ ਬਰਾਬਰ ਹੈ 3.5/2 ਅਤੇ ਖੂਹ ਦੀ ਡੂੰਘਾਈ ਯਾਨੀ ਕਿ h ਬਰਾਬਰ ਹੈ 10 ਮੀਟਰ। ਖੂਹ ਦੀ ਬਕਰ ਤਲ ਦਾ ਖੇਤਰਫਲ ਬਰਾਬਰ ਹੈ 2πr/h। ਪਾਈ ਦੀ ਜਗ੍ਹਾ 'ਤੇ ਪਾਈ ਦਾ ਮੁੱਲ ਲਿਖ ਦੇਵਾਂਗੇ 22/7। ਆਰ ਦੀ ਜਗ੍ਹਾ 'ਤੇ ਅਸੀਂ ਉਸ ਦਾ ਮੁੱਲ ਲਿਖ ਦੇਵਾਂਗੇ 3.5/2 ਸੀ, ਤਾਂ ਪੁਆਇੰਟ ਨੂੰ ਖ਼ਤਮ ਕੀਤਾ ਤਾਂ ਉੱਥੇ ਅਸੀਂ ਲਿਖ ਸਕਦੇ ਹਾਂ 35/10/2 ਗੁਣਾ 10। ਤਾਂ ਇਸ ਤਰ੍ਹਾਂ ਹੁਣ ਅਸੀਂ ਅੱਗੇ ਇੱਥੇ ਦੇਖਦੇ ਹਾਂ ਕਿ ਕੁਝ ਟਰਮਸ ਆਪਸ ਵਿੱਚ ਕੈਂਸਲ ਆਊਟ ਹੋ ਸਕਦੀਆਂ ਹਨ। ਕਿਹੜੀਆਂ ਟਰਮ ਕੈਂਸਲ ਆਊਟ ਹੋ ਸਕਦੀਆਂ ਹਨ? ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ 2 ਹੈ ਜੋ ਨਿਊਮੀਨੇਟਰ ਯਾਨੀ ਕਿ ਅੰਸ਼ ਹੈ ਅਤੇ 2 ਜੋ ਹੈ ਹਰ ਦੇ ਵਿੱਚ ਪਿਆ ਹੈ, ਇਹ ਕੈਂਸਲ ਹੋ ਜਾਏਗਾ। 10 ਜੋ ਨਿਊਮੀਨੇਟਰ ਅਤੇ ਡਿਨੋਮੀਨੇਟਰ 'ਚ ਪਿਆ ਹੈ ਇਹ ਵੀ ਕੈਂਸਲ ਹੋ ਜਾਏਗਾ ਅਤੇ 35 ਅਤੇ 7 ਕੈਂਸਲ ਹੋਏਗਾ ਉਹ 5 ਦੇ ਨਾਲ। ਤਾਂ ਇਸ ਤਰ੍ਹਾਂ ਸਾਡੇ ਕੋਲ ਜਦੋਂ ਅਸੀਂ ਸਾਰੀ ਕਟਿੰਗ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 110 ਮੀਟਰ ਸਕੁਏਅਰ। ਤਾਂ ਖੂਹ ਦੀ ਜੋ ਬਕਰ ਤਲ ਹੈ ਉਸ ਦਾ ਖੇਤਰਫਲ ਸਾਡੇ ਕੋਲ ਆ ਜਾਂਦਾ ਹੈ 110 ਮੀਟਰ ਸਕੁਏਅਰ। ਹੁਣ ਇਸ ਤੋਂ ਬਾਅਦ ਸਾਨੂੰ ਪਤਾ ਹੈ ਕਿ 1 ਮੀਟਰ ਸਕੁਏਅਰ ਸਤਹ ਦਾ ਪਲਸਤਰ ਕਰਾਉਣ ਦਾ ਖਰਚ ਕਿੰਨਾ ਹੈ? 40 ਰੁਪਏ। ਤਾਂ 110 ਮੀਟਰ ਸਕੁਏਅਰ ਸਤਹ ਨੂੰ ਪਲਸਤਰ ਕਰਾਉਣ ਦਾ ਖਰਚ ਕਿੰਨਾ ਆਏਗਾ? 110 ਗੁਣਾ 40 ਯਾਨੀ ਕਿ 4400 ਰੁਪੀਜ਼ ਯਾਨੀ ਕਿ 4400 ਰੁਪਏ ਸਾਡਾ ਖਰਚ ਆਏਗਾ। ਹੁਣ ਅਸੀਂ ਪੜ੍ਹਾਂਗੇ ਸ਼ੰਕੂ ਬਾਰੇ। ਸ਼ੰਕੂ ਜਿਸ ਤਰ੍ਹਾਂ ਕਿ ਸਾਡੀ ਆਈਸਕ੍ਰੀਮ ਹੁੰਦੀ ਹੈ, ਅਸੀਂ ਤਸਵੀਰ ਵਿੱਚ ਵੀ ਦੇਖ ਸਕਦੇ ਹਾਂ ਕਿ ਇਸ ਦਾ ਜੋ ਹੇਠਲਾ ਭਾਗ ਹੁੰਦਾ ਹੈ ਉਹ ਇੱਕ ਚੱਕਰਾਕਾਰ ਭਾਗ ਹੁੰਦਾ ਹੈ ਜਿਸ ਦਾ ਅਰਧ ਵਿਆਸ r ਹੈ ਅਤੇ ਇਸ ਦੀ ਇੱਕ ਉਚਾਈ ਹੈ ਜਿਸ ਨੂੰ h ਕਿਹਾ ਜਾਂਦਾ ਹੈ। ਇਸ ਦੇ ਨਾਲ ਇਸ ਦੀ ਇੱਕ ਤਿਰਛੀ ਉਚਾਈ ਵੀ ਹੁੰਦੀ ਹੈ ਜਿਸ ਨੂੰ ਅਸੀਂ l ਦੇ ਨਾਲ ਲਿਖਦੇ ਹਾਂ। ਹੁਣ ਅਸੀਂ ਇਸ ਜੋ ਸ਼ੰਕੂ ਹੈ ਇਸ ਦੀ ਬਕਰ ਤਲ ਦਾ ਅਤੇ ਕੁੱਲ ਸਤਹ ਦਾ ਖੇਤਰਫਲ ਜੋ ਹੈ ਉਹ ਪਤਾ ਕਰਾਂਗੇ। ਸਭ ਤੋਂ ਪਹਿਲਾਂ ਸ਼ੰਕੂ ਦਾ ਅਰਧ ਵਿਆਸ ਬਰਾਬਰ ਹੈ r, ਸ਼ੰਕੂ ਦੀ ਉਚਾਈ ਬਰਾਬਰ ਹੈ h, ਸ਼ੰਕੂ ਦੀ ਤਿਰਛੀ ਉਚਾਈ ਬਰਾਬਰ ਹੈ l ਅਤੇ ਹੁਣ ਸ਼ੰਕੂ ਦੀ ਬਕਰ ਸਤਹ ਦਾ ਖੇਤਰਫਲ ਇਹ ਹੁੰਦਾ ਹੈ πr/l। ਹੁਣ l ਦੇ ਮੁੱਲ ਕਿਸ ਤਰ੍ਹਾਂ ਪਤਾ ਕੀਤਾ ਜਾ ਸਕਦਾ ਹੈ? ਜੇਕਰ ਸਾਨੂੰ r ਅਤੇ h ਦਿੱਤਾ ਹੈ ਯਾਨੀ ਕਿ ਅਰਧ ਵਿਆਸ ਅਤੇ ਉਚਾਈ ਦਿੱਤੀ ਹੈ ਤਾਂ ਅਸੀਂ ਤਿਰਛੀ ਉਚਾਈ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ? ਤਾਂ ਅਸੀਂ ਪਤਾ ਕਰ ਸਕਦੇ ਹਾਂ r² + h² ਸਾਰੇ ਦਾ ਵਰਗਮੂਲ ਲੈ ਕੇ ਅਸੀਂ ਜੋ ਹੈ l ਦਾ ਮੁੱਲ ਪਤਾ ਕਰ ਸਕਦੇ ਹਾਂ। ਹੁਣ ਜਦੋਂ ਅਸੀਂ ਇਸ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਇਸ ਦੇ ਹੇਠਲੇ ਪਾਸੇ ਇੱਕ ਚੱਕਰਾਕਾਰ ਭਾਗ ਹੁੰਦਾ ਹੈ। ਜੇਕਰ ਚੱਕਰਾਕਾਰ ਭਾਗ ਦੇ ਖੇਤਰਫਲ ਨੂੰ ਵੀ ਵਿੱਚ ਜੋੜ ਲਿਆ ਜਾਵੇ ਤਾਂ ਕੁੱਲ ਸਤਹ ਦਾ ਖੇਤਰਫਲ ਆ ਜਾਵੇਗਾ। ਤਾਂ ਵਕਰ ਸਤਹ ਦਾ ਖੇਤਰਫਲ ਪਲੱਸ ਚੱਕਰ ਦਾ ਖੇਤਰਫਲ ਜੋ ਕਿ ਸਾਡੇ ਕੋਲ πr² ਹੁੰਦਾ ਹੈ। ਦੋਨਾਂ ਨੂੰ ਜੋੜਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਦੋਨਾਂ ਦੇ ਵਿੱਚੋਂ ਜੋ πr ਹੈ ਉਹ ਸਾਂਝਾ ਆ ਸਕਦਾ ਹੈ,
ਕਾਮਨ ਆ ਸਕਦਾ ਹੈ। ਅਸੀਂ ਪਾਈ ਆਰ ਨੂੰ ਕਾਮਨ ਲਿਖ ਲਵਾਂਗੇ ਅਤੇ ਸਾਡੇ ਕੋਲ ਬ੍ਰੈਕਟ ਦੇ ਵਿੱਚ ਬਚ ਜਾਵੇਗਾ ਆਰ ਜੋੜ ਐਲ। ਇਸ ਤਰ੍ਹਾਂ ਸ਼ੰਕੂ ਦਾ ਖੇਤਰਫਲ ਆ ਜਾਏਗਾ ਪਾਈ ਆਰ ਬ੍ਰੈਕਟ ਸਟਾਰਟ ਆਰ ਪਲੱਸ ਐਲ। ਹੁਣ ਅਸੀਂ ਕਰਾਂਗੇ ਸ਼ੰਕੂ ਦੇ ਸਵਾਲ। ਸ਼ੰਕੂ ਦਾ ਖੇਤਰਫਲ ਪਤਾ ਕਰਨ ਦੇ ਲਈ ਸਭ ਤੋਂ ਪਹਿਲਾਂ ਜੋ ਸਾਡੇ ਕੋਲ ਸਵਾਲ ਹੈ ਕਿ ਸ਼ੰਕੂ ਦੇ ਆਕਾਰ ਦਾ ਇੱਕ ਤੰਬੂ 10 ਮੀਟਰ ਉੱਚਾ ਹੈ। ਇਸ ਦੇ ਆਧਾਰ ਦਾ ਅਰਧ ਵਿਆਸ 24 ਮੀਟਰ ਹੈ। ਪਤਾ ਕਰੋ। ਸਭ ਤੋਂ ਪਹਿਲਾਂ ਪਤਾ ਕਰਨਾ ਹੈ ਤੰਬੂ ਦੀ ਤਿਰਛੀ ਉਚਾਈ। ਨੰਬਰ 2, ਤੰਬੂ ਵਿੱਚ ਲੱਗੇ ਤਰਪਾਲ ਦੀ ਲਾਗਤ ਜੇਕਰ 1 ਮੀਟਰ ਸਕੁਅਰ ਦਾ ਖਰਚਾ ਜੋ ਹੈ ਉਹ 70 ਰੁਪਏ ਹੈ। ਜਿਸ ਤਰ੍ਹਾਂ ਕਿ ਅਸੀਂ ਤਸਵੀਰ ਦੇ ਵਿੱਚ ਵੀ ਦੇਖ ਪਾ ਰਹੇ ਹਾਂ ਕਿ ਇੱਕ ਤੰਬੂ ਜੋ ਹੈ ਉਹ ਸ਼ੰਕੂ ਦੇ ਆਕਾਰ ਦਾ ਹੈ, ਜਿਸ ਦੀ ਉਚਾਈ ਜੋ ਹੈ 10 ਮੀਟਰ ਹੈ ਅਤੇ ਅਰਧ ਵਿਆਸ 24 ਮੀਟਰ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦੀ ਤਿਰਛੀ ਉਚਾਈ ਪਤਾ ਕਰਾਂਗੇ। ਤਾਂ ਤੰਬੂ ਦੀ ਉਚਾਈ ਯਾਨੀ ਕਿ h ਬਰਾਬਰ ਹੈ 10 ਮੀਟਰ, ਅਰਧ ਵਿਆਸ ਬਰਾਬਰ ਹੈ 24 ਮੀਟਰ। ਅਸੀਂ ਪਤਾ ਕਰਨਾ ਹੈ ਇਸ ਦੀ ਤਿਰਛੀ ਉਚਾਈ। ਤਾਂ ਤੰਬੂ ਦੀ ਤਿਰਛੀ ਉਚਾਈ L ਬਰਾਬਰ ਹੈ ਆਰ ਸਕੁਅਰ ਪਲੱਸ ਐਚ ਸਕੁਅਰ ਸਾਰੇ ਦਾ ਵਰਗਮੂਲ। ਤਾਂ ਹੁਣ ਅਸੀਂ ਇੱਥੇ ਇਹਨਾਂ ਦੇ ਮੁੱਲ ਜੋ ਹਨ ਉਹ ਫਿਲ ਕਰ ਦੇਵਾਂਗੇ। ਤਾਂ ਜਦੋਂ ਮੁੱਲ ਫਿਲ ਕਰੇ ਭਰੇ ਉੱਥੇ ਤਾਂ ਉਹ ਆ ਗਿਆ 10 ਦਾ ਸਕੁਅਰ ਪਲੱਸ 24 ਦਾ ਸਕੁਅਰ ਸਾਰੇ ਦਾ ਵਰਗਮੂਲ। 10 ਦਾ ਸਕੁਅਰ ਜਦੋਂ ਅਸੀਂ ਕੀਤਾ ਮਤਲਬ 10 ਨੂੰ 10 ਨਾਲ ਗੁਣਾ ਕੀਤਾ ਤਾਂ ਸਾਡੇ ਕੋਲ ਆ ਜਾਂਦਾ ਹੈ 100 ਅਤੇ ਜਦੋਂ ਅਸੀਂ 24 ਨੂੰ 24 ਨਾਲ ਗੁਣਾ ਕੀਤਾ ਤਾਂ ਸਾਡੇ ਕੋਲ ਆ ਜਾਂਦਾ ਹੈ 576। ਦੋਹਾਂ ਦਾ ਜੋੜ ਕੀਤਾ ਤਾਂ ਜੋੜ ਕਰਨ 'ਤੇ ਸਾਨੂੰ ਆ ਜਾਂਦਾ ਹੈ 676। ਇਸ ਦੇ ਉੱਤੇ ਨਾਲ ਵਰਗਮੂਲ ਹੈ। ਜਦੋਂ ਅਸੀਂ 676 ਦਾ ਵਰਗਮੂਲ ਲੈਂਦੇ ਹਾਂ ਤਾਂ ਸਾਡੇ ਕੋਲ ਜੋ ਉੱਤਰ ਆ ਜਾਂਦਾ ਹੈ 26 ਮੀਟਰ ਆ ਜਾਂਦਾ ਹੈ। ਇਸ ਲਈ ਤੰਬੂ ਦੀ ਜੋ ਤਿਰਛੀ ਉਚਾਈ ਹੈ ਉਹ ਹੈ 26 ਮੀਟਰ। ਹੁਣ ਜੋ ਦੂਸਰਾ ਪਾਰਟ ਹੈ ਉਸ ਦੇ ਵਿੱਚ ਅਸੀਂ ਪਤਾ ਕਰਨਾ ਹੈ ਕਿ ਸਾਨੂੰ ਤੰਬੂ ਲਗਾਉਣ ਦੇ ਲਈ ਕੁੱਲ ਕਿੰਨਾ ਖਰਚਾ ਕਰਨਾ ਪਵੇਗਾ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਤੰਬੂ ਜੋ ਹੈ ਉਹ ਸਿਰਫ ਸਾਈਡਾਂ ਦੇ ਲਈ ਕੱਪੜੇ ਦੀ ਜ਼ਰੂਰਤ ਹੈ ਤਾਂ ਸਾਨੂੰ ਉਸਦੇ ਬਕਰ ਸਤ੍ਹਾ ਦੇ ਖੇਤਰਫਲ ਦੀ ਜ਼ਰੂਰਤ ਪਵੇਗੀ। ਤਾਂ ਤੰਬੂ ਲਈ ਲੋੜੀ ਦੀ ਤਰਪਾਲ ਬਰਾਬਰ ਹੈ ਸ਼ੰਕੂ ਦੀ ਬਕਰ ਸਤ੍ਹਾ ਦਾ ਖੇਤਰਫਲ, ਜੋ ਕਿ ਕਿਸ ਦੇ ਬਰਾਬਰ ਹੁੰਦਾ ਹੈ ਪਾਈ ਆਰ ਐਲ ਦੇ ਬਰਾਬਰ ਹੁੰਦਾ ਹੈ। ਤਾਂ ਪਾਈ ਦੀ ਜਗ੍ਹਾ 'ਤੇ ਅਸੀਂ ਪਾਈ ਦਾ ਮੁੱਲ ਲਿਖਿਆ 22/7, ਆਰ ਦੀ ਜਗ੍ਹਾ 'ਤੇ ਆਰ ਦਾ ਮੁੱਲ ਲਿਖਿਆ 24 ਅਤੇ ਐਲ ਦੀ ਜਗ੍ਹਾ 'ਤੇ ਐਲ ਦਾ ਮੁੱਲ ਲਿਖਿਆ ਅਸੀਂ 26। ਤਾਂ ਜਦੋਂ ਇਸ ਨੂੰ ਸਾਰੇ ਨੂੰ ਮਲਟੀਪਲਾਈ ਕਰਦੇ ਹਾਂ ਗੁਣਾ ਕਰਦੇ ਹਾਂ ਤਾਂ ਇਹ ਆ ਜਾਂਦਾ ਹੈ 13,728/7 ਮੀਟਰ ਸਕੁਅਰ। ਇਸ ਲਈ ਜੋ ਤੰਬੂ ਦੇ ਲਈ ਕਿੰਨੀ ਤਰਪਾਲ ਦੀ ਲੋੜ ਪੈਂਦੀ ਹੈ 13,728/7 ਮੀਟਰ ਸਕੁਅਰ ਤਰਪਾਲ ਦੀ ਲੋੜ ਪੈਂਦੀ ਹੈ। ਹੁਣ ਸਾਨੂੰ ਪਤਾ ਹੈ ਕਿ 1 ਮੀਟਰ ਸਕੁਅਰ ਤਰਪਾਲ ਦੀ ਕੀਮਤ ਕਿੰਨੀ ਹੈ 70 ਰੁਪਏ ਹੈ। ਅਸੀਂ 13,728/7 ਮੀਟਰ ਸਕੁਅਰ ਤਰਪਾਲ ਦਾ ਮੁੱਲ ਜੋ ਹੈ ਉਹ ਪਤਾ ਕਰਨਾ ਹੈ। ਤਾਂ ਉਹ ਆ ਜਾਏਗਾ ਤਰਪਾਲ ਦਾ ਖੇਤਰਫਲ ਗੁਣਾ ਉਸਦਾ ਮੁੱਲ, ਯਾਨੀ ਕਿ 13,728/7 ਗੁਣਾ 70। ਜਦੋਂ ਅਸੀਂ 7 ਅਤੇ 70 ਨੂੰ ਆਪਸ ਵਿੱਚ ਘਟਾਉਂਦੇ ਹਾਂ ਤਾਂ ਸਾਡੇ ਕੋਲ 10 ਆ ਜਾਂਦਾ ਹੈ ਅਤੇ ਸਾਡਾ ਜੋ ਕੁੱਲ ਮੁੱਲ ਆ ਜਾਂਦਾ ਹੈ 1,37,280 ਰੁਪਏ ਆ ਜਾਂਦਾ ਹੈ। ਇਸ ਤਰ੍ਹਾਂ ਸਾਨੂੰ ਜੋ ਹੈ ਤੰਬੂ ਲਗਾਉਣ ਦੇ ਲਈ ਕੁੱਲ 1,37,280 ਰੁਪਏ ਖਰਚ ਕਰਨੇ ਪੈਂਦੇ ਹਨ। ਹੁਣ ਅਸੀਂ ਕਰਾਂਗੇ ਸ਼ੰਕੂ ਨਾਲ ਸੰਬੰਧਿਤ ਦੂਸਰਾ ਸਵਾਲ। ਇੱਕ ਸ਼ੰਕੂ ਦੀ ਬਕਰ ਸਤ੍ਹਾ ਦਾ ਖੇਤਰਫਲ 308 ਸੈਂਟੀਮੀਟਰ ਸਕੁਅਰ ਹੈ। ਇਸ ਦੀ ਤਿਰਛੀ ਉਚਾਈ 14 ਸੈਂਟੀਮੀਟਰ ਹੈ। ਪਤਾ ਕਰੋ। ਅਸੀਂ ਇਸ ਦੇ ਵਿੱਚ ਪਤਾ ਕਰਨਾ ਹੈ ਆਧਾਰ ਦਾ ਅਰਧ ਵਿਆਸ ਅਤੇ ਫਿਰ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ। ਤਾਂ ਸਭ ਤੋਂ ਪਹਿਲਾਂ ਇਸ ਕੁਐਸਚਨ ਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ ਹੈ? ਸਾਨੂੰ ਦਿੱਤਾ ਹੋਇਆ ਹੈ ਕਿ ਜੋ ਇੱਕ ਸ਼ੰਕੂ ਹੈ ਉਸ ਦੀ ਵਕਰਤਲ ਦਾ ਖੇਤਰਫਲ 308 ਸੈਂਟੀਮੀਟਰ ਦੀ 2 ਹੈ ਅਤੇ ਤਿਰਛੀ ਉਚਾਈ 14 ਸੈਂਟੀਮੀਟਰ ਹੈ। ਅਸੀਂ ਇਸ ਦਾ ਆਧਾਰ ਦਾ ਅਰਧ ਵਿਆਸ ਪਤਾ ਕਰਨਾ ਹੈ। ਤਾਂ ਸ਼ੰਕੂ ਦੀ ਉਚਾਈ ਯਾਨੀ ਕਿ L ਬਰਾਬਰ ਹੈ 14 ਸੈਂਟੀਮੀਟਰ। ਸ਼ੰਕੂ ਦੀ ਬਕਰ ਸਤ੍ਹਾ ਦਾ ਖੇਤਰਫਲ ਬਰਾਬਰ ਹੈ 308 ਸੈਂਟੀਮੀਟਰ ਦੀ ਸਕੁਅਰ। ਇਸ ਤੋਂ ਬਾਅਦ ਸ਼ੰਕੂ ਦਾ ਅਰਧ ਵਿਆਸ ਜੋ ਕਿ ਸਾਨੂੰ ਪਤਾ ਨਹੀਂ ਹੈ
ਕਿਸ ਦੇ ਬਰਾਬਰ ਲਿਖਾਂਗੇ ਅਸੀਂ, ਆਰ ਦੇ ਬਰਾਬਰ ਲਿਖਾਂਗੇ। ਹੁਣ ਸ਼ੰਕੂ ਦੀ ਬਕਰ ਸਤ੍ਹਾ ਦਾ ਖੇਤਰਫਲ ਕਿਸ ਦੇ ਬਰਾਬਰ ਹੁੰਦਾ ਹੈ, ਪਾਈ ਆਰ ਐਲ ਦੇ ਬਰਾਬਰ ਹੁੰਦਾ ਹੈ, ਜੋ ਕਿ ਸਾਨੂੰ ਇਸ ਕੁਐਸਚਨ ਦੇ ਵਿੱਚ ਜਿਸ ਦਾ ਮੁੱਲ ਦਿੱਤਾ ਵੀ ਹੋਇਆ ਹੈ। ਤਾਂ ਅਸੀਂ ਸ਼ੰਕੂ ਦੀ ਬਕਰ ਤਲ ਦਾ ਖੇਤਰਫਲ ਮਤਲਬ ਕਿ ਪਾਈ ਆਰ ਐਲ ਕਿਸ ਦੇ ਬਰਾਬਰ ਰੱਖ ਦੇਵਾਂਗੇ, 308 ਸੈਂਟੀਮੀਟਰ ਸਕੁਏਅਰ ਦੇ ਬਰਾਬਰ ਰੱਖ ਦੇਵਾਂਗੇ। ਇਸ ਤੋਂ ਬਾਅਦ ਅਸੀਂ ਹੁਣ ਪਾਈ ਦਾ ਮੁੱਲ ਲਿਖਾਂਗੇ। ਪਾਈ ਦਾ ਮੁੱਲ ਸਾਡੇ ਕੋਲ ਹੈ 22/7। ਆਰ ਦਾ ਮੁੱਲ ਅਸੀਂ ਪਤਾ ਕਰਨਾ ਹੈ। ਐਲ ਦਾ ਮੁੱਲ ਸਾਨੂੰ 14 ਦਿੱਤਾ ਹੈ, ਕਿਸ ਦੇ ਬਰਾਬਰ ਹੈ, 308 ਦੇ ਬਰਾਬਰ ਹੈ। ਹੁਣ ਅਸੀਂ ਆਰ ਦਾ ਮੁੱਲ ਪਤਾ ਕਰਨਾ ਹੈ, ਤਾਂ ਜੋ ਵੀ ਬਾਕੀ ਟਰਮਸ ਹਨ ਉਸ ਨੂੰ ਅਸੀਂ ਦੂਸਰੀ ਸਾਈਡ 'ਤੇ ਲੈ ਜਾਵਾਂਗੇ। ਸਾਨੂੰ ਪਤਾ ਹੈ ਜਦੋਂ ਅਸੀਂ ਇਕੁਅਲ ਟੂ ਦੇ ਆਪੋਜਿਟ ਲੈ ਕੇ ਜਾਂਦੇ ਹਾਂ ਤਾਂ ਦੂਸਰੀ ਸਾਈਡ 'ਤੇ ਲੈ ਕੇ ਜਾਂਦੇ ਹਾਂ ਤਾਂ ਜੋ ਟਰਮਸ ਹੁੰਦੀਆਂ ਹਨ, ਜੋ ਮਲਟੀਪਲਾਈ ਹੋਈਆਂ ਹੁੰਦੀਆਂ ਹਨ ਉਹ ਡਿਵਾਈਡ ਹੋ ਜਾਂਦੀਆਂ ਹਨ, ਅਤੇ ਜੋ ਡਿਵਾਈਡ ਹੋਈਆਂ ਹੁੰਦੀਆਂ ਹਨ ਉਹ ਮਲਟੀਪਲਾਈ ਹੋ ਜਾਂਦੀਆਂ ਹਨ। ਇਸ ਲਈ ਜੋ 22 ਸੀ 22 ਸੀ ਉਹ ਦੂਸਰੀ ਸਾਈਡ 'ਤੇ ਜਾ ਕੇ ਡਿਵਾਈਡ ਹੋ ਜਾਂਦੇ ਹਨ, ਅਤੇ ਜੋ 7 ਸਨ ਉਹ ਮਲਟੀਪਲਾਈ ਹੋ ਜਾਂਦੇ ਹਨ। ਇਸੇ ਤਰ੍ਹਾਂ ਜੋ 14 ਮਲਟੀਪਲਾਈ ਸਨ ਉਹ ਦੂਸਰੀ ਸਾਈਡ 'ਤੇ ਜਾ ਕੇ ਡਿਵਾਈਡ ਹੋ ਜਾਂਦੇ ਹਨ। ਅਤੇ ਜਦੋਂ ਅਸੀਂ 308 ਨੂੰ 22 ਅਤੇ 14 ਨਾਲ ਕੱਟ ਕਰਦੇ ਹਾਂ ਤਾਂ ਇਹ ਪੂਰਾ ਇੱਕ ਦੂਜੇ ਨੂੰ ਡਿਵਾਈਡ ਕੱਟਦਾ ਹੈ ਤਾਂ ਸਾਡੇ ਕੋਲ ਜੋ ਆਨਸਰ ਆ ਜਾਂਦਾ ਹੈ 7 ਸੈਂਟੀਮੀਟਰ ਆ ਜਾਂਦਾ ਹੈ। ਇਸ ਤਰ੍ਹਾਂ ਸਾਡੇ ਕੋਲ ਜੋ ਸ਼ੰਕੂ ਹੈ ਉਸ ਦਾ ਅਰਧ ਵਿਆਸ 7 ਸੈਂਟੀਮੀਟਰ ਆ ਜਾਂਦਾ ਹੈ। ਹੁਣ ਅਸੀਂ ਪਤਾ ਕਰਾਂਗੇ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ। ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ ਹੈ ਪਾਈ ਆਰ ਬ੍ਰੈਕਟ ਸਟਾਰਟ ਆਰ ਪਲਸ ਐਲ। ਇਹ ਇਸ ਦਾ ਫਾਰਮੂਲਾ ਹੁੰਦਾ ਹੈ ਜੋ ਕਿ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਤਾਂ ਹੁਣ ਪਾਈ ਦੀ ਜਗ੍ਹਾ 'ਤੇ ਅਸੀਂ ਪਾਈ ਦਾ ਮੁੱਲ ਭਰ ਦੇਵਾਂਗੇ। ਤਾਂ ਪਾਈ ਦਾ ਮੁੱਲ ਸਾਡੇ ਕੋਲ ਹੈ 22/7 ਗੁਣਾ ਆਰ ਦਾ ਮੁੱਲ ਸਾਡੇ ਕੋਲ ਹੈ 7, ਅਤੇ ਫਿਰ ਬ੍ਰੈਕਟ ਸਟਾਰਟ ਆਰ ਦੀ ਜਗ੍ਹਾ 'ਤੇ ਅਸੀਂ ਲਿਖਾਂਗੇ 7 ਅਤੇ ਐਲ ਦੀ ਜਗ੍ਹਾ 'ਤੇ ਅਸੀਂ ਲਿਖਾਂਗੇ 14। ਤਾਂ ਜਦੋਂ ਅਸੀਂ ਬ੍ਰੈਕਟ ਨੂੰ ਸਭ ਤੋਂ ਪਹਿਲਾਂ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 7 ਅਤੇ 14 21, ਅਤੇ ਜੋ 22/7 ਸੀ ਉਸ ਦੇ ਨੀਚੇ ਜੋ ਹਰ ਦੇ ਵਿੱਚ 7 ਸੀ ਉਹ ਉੱਪਰ ਵਾਲੇ 7 ਦੇ ਨਾਲ ਕੈਂਸਲ ਹੋ ਜਾਂਦਾ ਹੈ। ਤਾਂ ਸਾਡੇ ਕੋਲ ਆ ਜਾਂਦਾ ਹੈ 22 ਗੁਣਾ 21। ਜਦੋਂ ਅਸੀਂ ਇਸ ਨੂੰ ਅੱਗੇ ਮਲਟੀਪਲਾਈ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 462 ਸੈਂਟੀਮੀਟਰ ਸਕੁਏਅਰ। ਇਸ ਲਈ ਸਾਡੇ ਕੋਲ ਜੋ ਦਿੱਤੀ ਹੋਈ ਟਰਮ ਹੈ ਉਸ ਦੇ ਵਿੱਚ ਜੋ ਦਿੱਤਾ ਹੋਇਆ ਸ਼ੰਕੂ ਹੈ ਉਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਆ ਜਾਏਗਾ 462 ਸੈਂਟੀਮੀਟਰ ਸਕੁਏਅਰ। ਹੁਣ ਅਸੀਂ ਕਰਾਂਗੇ ਸ਼ੰਕੂ ਨਾਲ ਸੰਬੰਧਿਤ ਅਗਲਾ ਸਵਾਲ। ਇਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਇੱਕ ਸ਼ੰਕੂ ਦੀ ਉਚਾਈ 16 ਮੀਟਰ ਹੈ ਅਤੇ ਇਸ ਦੇ ਆਧਾਰ ਦਾ ਅਰਧ ਵਿਆਸ 12 ਮੀਟਰ ਹੈ। ਸ਼ੰਕੂ ਦੀ ਬਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ। ਤਾਂ ਸਾਨੂੰ ਜਿਵੇਂ ਕਿ ਇਸ ਕੁਐਸਚਨ ਦੇ ਵਿੱਚ ਕਿਹਾ ਗਿਆ ਹੈ, ਇੱਕ ਤਾਂ ਸਾਨੂੰ ਇਸ ਕੁਐਸਚਨ ਦੇ ਵਿੱਚ ਸ਼ੰਕੂ ਦੀ ਉਚਾਈ ਦਿੱਤੀ ਹੈ 16 ਮੀਟਰ ਅਤੇ ਇੱਕ ਅਰਧ ਵਿਆਸ ਦਿੱਤਾ ਹੋਇਆ ਹੈ। ਅਸੀਂ ਇਸ ਦਾ ਜੋ ਬਕਰ ਸਤ੍ਹਾ ਹੈ ਉਸ ਦਾ ਖੇਤਰਫਲ ਪਤਾ ਕਰਨਾ ਹੈ। ਤਾਂ ਸ਼ੰਕੂ ਦਾ ਅਰਧ ਵਿਆਸ ਬਰਾਬਰ ਹੈ 12 ਮੀਟਰ, ਸ਼ੰਕੂ ਦੀ ਉਚਾਈ ਬਰਾਬਰ ਹੈ 16 ਮੀਟਰ। ਤਾਂ ਸਾਨੂੰ ਸਭ ਤੋਂ ਪਹਿਲਾਂ ਜਦੋਂ ਸ਼ੰਕੂ ਦਾ ਵਕਰ ਤਲ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਉਸ ਦੀ ਤਿਰਛੀ ਉਚਾਈ ਜਿਹੜੀ ਹੈ ਐਲ ਉਹ ਪਤਾ ਹੋਣੀ ਜ਼ਰੂਰੀ ਹੈ, ਕਿਉਂਕਿ ਇਸ ਦਾ ਫਾਰਮੂਲਾ ਜੋ ਹੁੰਦਾ ਹੈ ਪਾਈ ਆਰ ਐਲ ਹੁੰਦਾ ਹੈ। ਤਾਂ ਸ਼ੰਕੂ ਦੀ ਤਿਰਛੀ ਉਚਾਈ ਐਲ ਕਿਸ ਦੇ ਬਰਾਬਰ ਹੁੰਦੀ ਹੈ, ਆਰ ਸਕੁਏਅਰ ਪਲਸ ਐਚ ਸਕੁਏਅਰ ਸਾਰੇ ਦਾ ਅੰਡਰ ਰੂਟ, ਯਾਨੀ ਕਿ ਅਰਧ ਵਿਆਸ ਦਾ ਵਰਗ ਜੋੜ ਉਚਾਈ ਦਾ ਵਰਗ ਸਾਰੇ ਦਾ ਵਰਗਮੂਲ। ਹੁਣ ਅਸੀਂ ਅਰਧ ਵਿਆਸ ਦੀ ਜਗ੍ਹਾ ਦੇ ਉੱਤੇ 12 ਲਿਖ ਦੇਵਾਂਗੇ ਅਤੇ ਉਚਾਈ ਦੀ ਜਗ੍ਹਾ ਦੇ ਉੱਤੇ 16 ਲਿਖ ਦੇਵਾਂਗੇ। ਤਾਂ ਹੁਣ 12 ਸਕੁਏਅਰ ਪਲਸ 16 ਸਕੁਏਅਰ ਸਾਰੇ ਦਾ ਸਕੁਏਅਰ ਰੂਟ। ਜਦੋਂ ਅਸੀਂ 12 ਦਾ ਸਕੁਏਅਰ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 144, ਅਤੇ ਜਦੋਂ ਅਸੀਂ 16 ਦਾ ਸਕੁਏਅਰ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 256।
ਅਤੇ ਜਦੋਂ ਦੋਨਾਂ ਦਾ ਜੋੜ ਕੀਤਾ ਜਾਂਦਾ ਹੈ ਤਾਂ ਸਾਡੇ ਕੋਲ ਆ ਜਾਂਦਾ ਹੈ ਵਰਗਮੂਲ 400, ਯਾਨੀ ਕਿ 20 ਮੀਟਰ ਸਾਡੇ ਕੋਲ ਉੱਤਰ ਆ ਜਾਏਗਾ। ਹੁਣ ਅਸੀਂ ਪਤਾ ਕਰਨਾ ਹੈ ਸ਼ੰਕੂ ਦੀ ਬਕਰ ਸਤ੍ਹਾ ਦਾ ਖੇਤਰਫਲ, ਜਿਸ ਦਾ ਫਾਰਮੂਲਾ ਹੁੰਦਾ ਹੈ ਪਾਈ ਆਰ ਐਲ। ਪਾਈ ਦੀ ਜਗ੍ਹਾ ਦੇ ਉੱਤੇ ਅਸੀਂ 22/7 ਲਿਖ ਦੇਵਾਂਗੇ, ਆਰ ਦੀ ਜਗ੍ਹਾ ਦੇ ਉੱਤੇ ਅਸੀਂ 12 ਲਿਖ ਦੇਵਾਂਗੇ ਅਤੇ ਐਲ ਦੀ ਜਗ੍ਹਾ ਦੇ ਉੱਤੇ ਜੋ ਵੈਲਿਊ ਅਸੀਂ ਪਤਾ ਕੀਤੀ ਹੈ 20 ਉਹ ਲਿਖ ਦੇਵਾਂਗੇ। ਹੁਣ 22 ਨੂੰ ਜਦੋਂ ਅਸੀਂ 12 ਨਾਲ ਗੁਣਾ ਕਰਦੇ ਹਾਂ ਅਤੇ ਫਿਰ 20 ਨਾਲ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 5280 ਅਤੇ ਜੋ ਹਰ ਦੇ ਵਿੱਚ 7 ਸਨ ਉਹ ਉਸੇ ਤਰ੍ਹਾਂ ਲਿਖੇ ਰਹਿਣਗੇ ਤਾਂ ਸਾਡਾ ਜੋ ਉੱਤਰ ਆਏਗਾ ਉਹ 5280/7 ਮੀਟਰ ਸਕੁਅਰ ਹੈ। ਅਤੇ ਜਦੋਂ ਅਸੀਂ ਇਸ ਨੂੰ 7 ਨਾਲ ਭਾਗ ਕਰ ਲੈਂਦੇ ਹਾਂ ਤਾਂ ਸਾਡੇ ਕੋਲ ਜੋ ਆਨਸਰ ਆ ਜਾਂਦਾ ਹੈ 753.6 ਮੀਟਰ ਸਕੁਅਰ। ਇਸ ਤਰ੍ਹਾਂ ਅਸੀਂ ਦਿੱਤੇ ਹੋਏ ਸ਼ੰਕੂ ਦਾ ਵਕਰਤਲ ਦਾ ਖੇਤਰਫਲ ਜੋ ਹੈ ਪਤਾ ਕਰ ਸਕਦੇ ਹਾਂ। ਹੁਣ ਅਸੀਂ ਅੱਗੇ ਕਰਾਂਗੇ ਗੋਲੇ ਦਾ ਖੇਤਰਫਲ। ਗੋਲਾ, ਸਭ ਤੋਂ ਪਹਿਲਾਂ ਗੋਲੇ ਦੇ ਖੇਤਰਫਲ ਦੇ ਬਾਰੇ ਪਤਾ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਗੋਲਾ ਹੁੰਦਾ ਕੀ ਹੈ। ਗੋਲਾ ਇੱਕ 3 ਪਸਾਰੀ ਆਕ੍ਰਿਤੀ ਹੈ, ਯਾਨੀ ਕਿ ਇਹ ਤਿੰਨੇ ਪਾਸੇ ਨੂੰ ਫੈਲਿਆ ਹੋਇਆ ਹੁੰਦਾ ਹੈ, ਜਿਸ ਦੇ ਵਿੱਚ ਬਹੁਤ ਸਾਰੇ ਬਿੰਦੂ ਇੱਕ ਨਿਸ਼ਚਿਤ ਬਿੰਦੂ ਤੋਂ ਬਰਾਬਰ ਦੂਰੀ ਤੇ ਹੁੰਦੇ ਹਨ। ਯਾਨੀ ਕਿ ਇਸ ਦੇ ਵਿੱਚ ਜੋ ਬਾਹਰੀ ਬਿੰਦੂ ਹੁੰਦੇ ਹਨ ਉਹ ਕੇਂਦਰ ਤੋਂ ਬਰਾਬਰ ਦੂਰੀ ਤੇ ਹੁੰਦੇ ਹਨ। ਇਸ ਦੀ ਐਗਜ਼ਾਮਪਲ ਦੇ ਤੌਰ ਤੇ ਅਸੀਂ ਫੁੱਟਬਾਲ ਲੈ ਸਕਦੇ ਹਾਂ, ਜਾਂ ਬੱਚੇ ਜੋ ਖੇਡਦੇ ਹਨ ਕ੍ਰਿਕਟ ਦੀ ਬਾਲ, ਇਹ ਵੀ ਅਸੀਂ ਇਸ ਦੀ ਐਗਜ਼ਾਮਪਲ ਦੇ ਰੂਪ ਵਿੱਚ ਲੈ ਸਕਦੇ ਹਾਂ। ਇਹ ਵੀ ਗੋਲੇ ਦੀ ਹੀ ਉਦਾਹਰਨ ਹੈ। ਤਾਂ ਹੁਣ ਗੋਲੇ ਦਾ ਖੇਤਰਫਲ, ਸਭ ਤੋਂ ਪਹਿਲਾਂ ਜਿਵੇਂ ਕਿ ਤਸਵੀਰ ਵਿੱਚ ਦਿਖਾਇਆ ਗਿਆ ਹੈ, ਗੋਲੇ ਦਾ ਅਰਧ ਵਿਆਸ ਕਿੰਨਾ ਹੈ? ਆਰ। ਤਾਂ ਇਸ ਦਾ ਫਾਰਮੂਲਾ ਜੋ ਹੈ ਖੇਤਰਫਲ ਪਤਾ ਕਰਨ ਦਾ, ਗੋਲੇ ਦਾ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ ਹੁੰਦਾ ਹੈ 4 ਪਾਈ ਆਰ ਸਕੁਅਰ। ਇਸ ਤਰ੍ਹਾਂ ਅਸੀਂ 4 ਪਾਈ ਆਰ ਸਕੁਅਰ ਫਾਰਮੂਲੇ ਦੀ ਵਰਤੋਂ ਕਰਦੇ ਹੋਏ ਇਸ ਦਾ ਖੇਤਰਫਲ ਜੋ ਹੈ ਕੁੱਲ ਸਤ੍ਹਾ ਦਾ ਪਤਾ ਕਰ ਸਕਦੇ ਹਾਂ। ਹੁਣ ਅਸੀਂ ਕਰਦੇ ਹਾਂ ਗੋਲੇ ਨਾਲ ਸੰਬੰਧਿਤ ਸਵਾਲ। ਸਾਡੇ ਕੋਲ ਜੋ ਸਵਾਲ ਹੈ 10 ਸੈਂਟੀਮੀਟਰ ਅਰਧ ਵਿਆਸ ਵਾਲੇ ਇੱਕ ਗੋਲੇ ਦਾ ਖੇਤਰਫਲ ਪਤਾ ਕਰੋ। ਤਾਂ ਸਾਨੂੰ ਇਸ ਦੇ ਵਿੱਚ ਇੱਕ ਗੋਲਾ ਦਿੱਤਾ ਹੈ ਜਿਸ ਦਾ ਕਿ ਅਰਧ ਵਿਆਸ 10 ਸੈਂਟੀਮੀਟਰ ਹੈ। ਅਸੀਂ ਇਸ ਦਾ ਖੇਤਰਫਲ ਜੋ ਹੈ ਪਤਾ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਗੋਲੇ ਦਾ ਅਰਧ ਵਿਆਸ ਬਰਾਬਰ ਹੈ 10 ਸੈਂਟੀਮੀਟਰ। ਤਾਂ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ ਹੈ 4 ਪਾਈ ਆਰ ਸਕੁਅਰ। ਕਿਉਂਕਿ ਇੱਥੇ ਜੋ ਆਰ ਦਾ ਮੁੱਲ ਹੈ ਉਹ 10 ਹੈ, ਯਾਨੀ ਕਿ 0 ਵਾਲਾ ਗਾ, ਤਾਂ ਅਸੀਂ ਜੋ ਪਾਈ ਹੈ, ਪਾਈ ਦਾ ਮੁੱਲ 314/100 ਜਾਂ ਕਹਿ ਸਕਦੇ ਹਾਂ ਕਿ 3.14 ਵੀ ਲੈ ਸਕਦੇ ਹਾਂ। ਤਾਂ ਇੱਥੇ ਅਸੀਂ ਪਾਈ ਦਾ ਮੁੱਲ 3.14 ਲਿਆ ਤਾਂ ਸਾਡੇ ਕੋਲ ਆ ਗਿਆ 4 ਗੁਣਾ 3.14 ਗੁਣਾ 10 ਗੁਣਾ 10। ਜਦੋਂ ਇਸ ਨੂੰ ਅੱਗੇ ਸੋਲਵ ਕਰਦੇ ਹਾਂ ਤਾਂ ਇਹ ਆ ਜਾਏਗਾ 4 ਗੁਣਾ 314/100 ਗੁਣਾ 10 ਗੁਣਾ 10। ਤਾਂ ਇੱਥੇ ਡਿਨੋਮੀਨੇਟਰ ਅਤੇ ਨਿਊਮੀਨੇਟਰ, ਅੰਸ਼ ਅਤੇ ਹਰ ਦੋਵੇਂ ਜਗ੍ਹਾ ਤੇ 2 ਵਾਰ 0 ਹੈ ਤੇ ਜੋ ਆਪਸ ਵਿੱਚ ਕੈਂਸਲ ਆਊਟ ਹੋ ਜਾਏਗਾ ਤੇ ਸਾਡੇ ਕੋਲ ਬਚ ਜਾਏਗਾ 4 ਗੁਣਾ 314 ਅਤੇ ਸਾਡੇ ਕੋਲ ਆਨਸਰ ਆ ਜਾਏਗਾ 1256 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਅਸੀਂ ਦਿੱਤੇ ਹੋਏ ਗੋਲੇ ਦਾ ਕੁੱਲ ਸਤ੍ਹਾ ਦਾ ਖੇਤਰਫਲ ਜੋ ਹੈ ਪਤਾ ਕਰ ਸਕਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਅਰਧ ਗੋਲੇ ਦੀ। ਜਿਸ ਤਰ੍ਹਾਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਅਰਧ ਗੋਲਾ ਯਾਨੀ ਕਿ ਗੋਲੇ ਦਾ ਅੱਧ। ਜਦੋਂ ਅਸੀਂ ਕਿਸੇ ਵੀ ਗੋਲੇ ਨੂੰ 2 ਬਰਾਬਰ ਭਾਗਾਂ ਵਿੱਚ ਵੰਡ ਲੈਂਦੇ ਹਾਂ ਤਾਂ ਜੋ ਆਕ੍ਰਿਤੀ ਸਾਨੂੰ ਪ੍ਰਾਪਤ ਹੁੰਦੀ ਹੈ ਉਹ ਅਰਧ ਗੋਲਾ ਅਖਵਾਉਂਦੀ ਹੈ। ਹੁਣ ਅਰਧ ਗੋਲੇ ਦੇ ਵਿੱਚ ਖੇਤਰਫਲ ਜੋ ਹੈ ਉਹ 2 ਤਰ੍ਹਾਂ ਦਾ ਹੋ ਸਕਦਾ ਹੈ। ਇੱਕ ਵਕਰ ਸਤ੍ਹਾ ਯਾਨੀ ਕਿ ਪਾਸਵੀ ਸਤ੍ਹਾ ਦਾ ਖੇਤਰਫਲ ਅਤੇ ਦੂਸਰਾ ਯਾਨੀ ਕਿ ਕੁੱਲ ਸਤ੍ਹਾ ਦਾ ਖੇਤਰਫਲ। ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਲਈਏ ਕਿ ਅਰਧ ਗੋਲੇ ਦਾ ਅਰਧ ਵਿਆਸ ਹੈ ਆਰ, ਤਾਂ ਉਸ ਦਾ ਪਾਸਵੀ ਸਤ੍ਹਾ ਦਾ ਖੇਤਰਫਲ ਯਾਨੀ ਕਿ ਸਿਰਫ ਤੇ ਸਿਰਫ ਸਾਈਡਸ ਦਾ ਖੇਤਰਫਲ ਜੋ ਹੈ ਉਹ ਕਿੰਨਾ ਆ ਜਾਏਗਾ 2 ਪਾਈ
ਆਰ ਸਕੁਏਅਰ ਆ ਜਾਏਗਾ। ਪਰ ਜੇਕਰ ਇਸ ਦੇ ਨਾਲ ਹੀ ਅਸੀਂ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੋਵੇ ਤਾਂ ਜਿਸ ਤਰ੍ਹਾਂ ਸਾਨੂੰ ਤਸਵੀਰ ਵਿੱਚ ਦਿਖ ਰਿਹਾ ਹੈ, ਇੱਕ ਤਾਂ ਉਸ ਦੀਆਂ ਸਾਈਡਾਂ ਹੋ ਜਾਣਗੀਆਂ ਅਤੇ ਨਾਲ ਦੀ ਨਾਲ ਉਸ ਦਾ ਜੋ ਤਲ ਹੈ ਉਹ ਵੀ ਵਿੱਚ ਅਸੀਂ ਐਡ ਕਰਾਂਗੇ, ਜੋੜਾਂਗੇ। ਜਦੋਂ ਅਸੀਂ ਤਲ ਵੱਲ ਦੇਖਦੇ ਹਾਂ ਤਾਂ ਤਲ ਜੋ ਹੈ ਉਹ ਚੱਕਰਾਕਾਰ ਆਕ੍ਰਿਤੀ ਦਾ ਹੈ, ਤਾਂ ਸਾਨੂੰ ਪਤਾ ਹੈ ਕਿ ਜੋ ਚੱਕਰ ਦਾ ਖੇਤਰਫਲ ਹੁੰਦਾ ਹੈ ਉਹ ਪਾਈ ਆਰ ਸਕੁਏਅਰ ਹੁੰਦਾ ਹੈ। ਤਾਂ ਇਸ ਤਰ੍ਹਾਂ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਆ ਜਾਏਗਾ ਵਕਰ ਸਤ੍ਹਾ ਦਾ ਖੇਤਰਫਲ ਪਲੱਸ ਚੱਕਰ ਦਾ ਖੇਤਰਫਲ। ਤਾਂ ਇਸ ਲਈ 2 ਪਾਈ ਆਰ ਸਕੁਏਅਰ ਪਲੱਸ ਪਾਈ ਆਰ ਸਕੁਏਅਰ। ਜਦੋਂ ਅਸੀਂ ਇਸ ਨੂੰ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 3 ਪਾਈ ਆਰ ਸਕੁਏਅਰ। ਇਸ ਤਰ੍ਹਾਂ ਅਸੀਂ ਅਰਧ ਗੋਲੇ ਦਾ ਵਕਰ ਤਲ ਦਾ ਅਤੇ ਕੁੱਲ ਸਤ੍ਹਾ ਦਾ ਖੇਤਰਫਲ ਜੋ ਹੈ ਪਤਾ ਕਰ ਸਕਦੇ ਹਾਂ। ਅਗਲਾ ਸਵਾਲ ਜੋ ਸਾਡੇ ਕੋਲ ਹੈ ਉਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਸਰਕਸ ਦਾ ਇੱਕ ਮੋਟਰਸਾਈਕਲ ਸਵਾਰ ਜਿਸ ਖੋਖਲੇ ਗੋਲੇ ਦੇ ਅੰਦਰ ਆਪਣੇ ਕਰਤੱਵ ਦਿਖਾ ਰਿਹਾ ਹੈ ਉਸ ਦਾ ਵਿਆਸ 7 ਮੀਟਰ ਹੈ, ਤਾਂ ਉਸ ਮੋਟਰਸਾਈਕਲ ਸਵਾਰ ਕੋਲ ਕੁੱਲ ਕਿੰਨਾ ਖੇਤਰਫਲ ਉਪਲਬਧ ਹੈ ਜਿਸ ਦੇ ਵਿੱਚ ਉਹ ਆਪਣੇ ਕਰਤੱਵ ਦਿਖਾ ਰਿਹਾ ਹੈ। ਤਾਂ ਜਿਵੇਂ ਕਿ ਅਸੀਂ ਅਕਸਰ ਸਰਕਸ ਦੇ ਵਿੱਚ ਦੇਖਦੇ ਹਾਂ ਕਿ ਇੱਕ ਵੱਡਾ ਸਾਰਾ ਗੋਲਾ ਹੁੰਦਾ ਹੈ, ਉਸ ਦੇ ਵਿੱਚ ਮੋਟਰਸਾਈਕਲ ਸਵਾਰ ਆਪਣੇ ਕਰਤੱਵ ਦਿਖਾਉਂਦਾ ਹੈ। ਤਾਂ ਉਸੇ ਤਰ੍ਹਾਂ ਇੱਕ ਮੋਟਰਸਾਈਕਲ ਸਵਾਰ ਹੈ ਸਰਕਸ ਦੇ ਵਿੱਚ, ਉਹ ਆਪਣੇ ਕਰਤੱਵ ਦਿਖਾ ਰਿਹਾ ਹੈ, ਤਾਂ ਉਸ ਦੇ ਕੋਲ ਕੁੱਲ ਕਿੰਨਾ ਖੇਤਰਫਲ ਹੈ ਆਪਣਾ ਕਰਤੱਵ ਦਿਖਾਉਣ ਦੇ ਲਈ ਅਸੀਂ ਉਹ ਪਤਾ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਖੋਖਲੇ ਗੋਲੇ ਦਾ ਵਿਆਸ ਕਿੰਨਾ ਹੈ 7 ਮੀਟਰ, ਤਾਂ ਉਸ ਦਾ ਜੋ ਅਰਧ ਵਿਆਸ ਆ ਜਾਏਗਾ ਸਾਡੇ ਕੋਲ 7/2 ਮੀਟਰ। ਤਾਂ ਹੁਣ ਕਿਉਂਕਿ ਜੋ ਗੋਲਾ ਹੈ ਉਸ ਦੀ ਕੁੱਲ ਸਤ੍ਹਾ ਦਾ ਖੇਤਰਫਲ 4 ਪਾਈ ਆਰ ਸਕੁਏਅਰ। ਤਾਂ ਹੁਣ ਅਸੀਂ ਇੱਥੇ ਜੋ ਸਾਡੇ ਕੋਲ ਮੁੱਲ ਹਨ ਉਹ ਭਰਾਂਗੇ, ਤਾਂ ਅਸੀਂ ਪਾਈ ਦਾ ਮੁੱਲ ਭਰਦੇ ਹਾਂ ਤਾਂ ਉਹ 22/7 ਅਤੇ ਆਰ ਦਾ ਮੁੱਲ 7/2 7/2। ਤਾਂ ਇਸ ਤਰ੍ਹਾਂ ਜਦੋਂ ਅਸੀਂ ਇਸ ਸਾਰੇ ਨੂੰ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 154 ਮੀਟਰ ਸਕੁਏਅਰ। ਇਸ ਤਰ੍ਹਾਂ ਜੋ ਕਰਤੱਵ ਦਿਖਾਉਣ ਦੇ ਲਈ ਉਸ ਮੋਟਰਸਾਈਕਲ ਸਵਾਰ ਕੋਲ 154 ਮੀਟਰ ਸਕੁਏਅਰ ਖੇਤਰਫਲ ਉਪਲਬਧ ਹੈ। ਅੱਜ ਦੇ ਲਈ ਬਸ ਇੰਨਾ ਹੀ ਪਿਆਰੇ ਬੱਚੋ। ਕੱਲ ਫਿਰ ਮਿਲਾਂਗੇ, ਅੱਗੇ ਕਰਾਂਗੇ। ਅਤੇ ਉਸ ਤੋਂ ਪਹਿਲਾਂ ਘਰ ਦਾ ਕੰਮ ਅੱਜ ਜੋ ਅਸੀਂ ਕਲਾਸ ਵਿੱਚ ਕੀਤਾ ਹੈ ਤੁਸੀਂ ਸਭ ਨੇ ਉਸ ਦੀ ਦੁਹਰਾਈ ਕਰਨੀ ਹੈ, ਕਾਪੀ 'ਤੇ ਉਹ ਸਵਾਲ ਕਰਕੇ ਦੇਖਣੇ ਹਨ। ਧੰਨਵਾਦ, ਕੱਲ ਫਿਰ ਮਿਲਦੇ ਹਾਂ।